लेख फरीद जियो के। एक ओंकार सतगुर प्रसाद। फरीदा सोई सरवर ढूंढ लहो, जिथों लभी वथ। छप्पड़ ढूंढे क्या होवे, चिक्कड़ डूबे हथ। फरीदा नड्डी कंत ना रावियो, वड्डी थी मुयास। तन कुकेंदी गौर में, ते सह ना मिलियास। फरीदा सिर पलिया दाड़ी पली, मुछां पी पलियां। रे मन गहले बावलै, माने क्या रलियां। फरीदा कोठे तुकण केतड़ा, पिर नींदड़ी निवार। जो दह लदे गाण में, गए विलाड़ विलाड़। फरीदा कोठे मंडप माड़ियां, एत ना लाए चित। मिट्टी पई अतोलवी, कोई ना होसी मित। फरीदा कोठे मंडप माड़ियां, एत ना लाए चित। मिट्टी पई अतोलवी, कोई ना होसी मित। वाहिगुरु जी का खालसा, वाहिगुरु जी की फतेह। फतेह वाहिगुरु जी सच्चे पातशाह। वाहिगुरु ਫਰੀਦ ਜੀ ਸ਼ਲੋਕਾਂ ਵਿੱਚ ਸਾਨੂੰ ਸਮਝਾਉਣਾ ਕਰ ਰਿਹਾ। ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵਥ। ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਫਰੀਦ ਜੀ ਕਹਿੰਦੇ ਉਹੀ ਸੋਹਣਾ ਤਲਾਬ ਲੱਭੋ ਜਿਸ ਵਿੱਚੋਂ ਅਸਲੀ ਚੀਜ਼ ਤੁਹਾਨੂੰ ਮਿਲ ਸਕਦੀ ਹੈ। ਤੇ ਅਸਲੀ ਚੀਜ਼ ਕੀ ਆ? ਨਾਮ ਰੂਪੀ ਮੋਤੀ। ਕਹਿੰਦੇ ਛੱਪੜ ਭਾਲਿਆਂ ਤਾਂ ਕੁਛ ਨਹੀਂ ਮਿਲਣਾ, ਛੱਪੜ ਵਿੱਚ ਹੱਥ ਮਾਰੋਗੇ ਤਾਂ ਚਿੱਕੜ ਨਾਲ ਹੀ ਹੱਥ ਲਿਬੜੂਗਾ। ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ, ਫਰੀਦ ਜੀ ਕਹਿੰਦੇ ਆ ਨਾਮ ਰੂਪੀ ਧਨ ਖੱਟੋ। ਇਹ ਚੀਜ਼ ਤੁਹਾਨੂੰ ਸੋਹਣੇ ਤਲਾਬ ਵਿੱਚੋਂ ਮਿਲ ਸਕਦੀ ਆ, ਸਰੋਵਰ ਵਿੱਚੋਂ ਮਿਲ ਸਕਦੀ ਆ। ਤੇ ਅਸੀਂ ਛੱਪੜ ਦੇ ਵਿੱਚ ਚੁੱਭੀਆਂ ਲਾਈ ਜਾਂਦੇ ਆ। ਇਹ ਕਹਿੰਦੇ ਨਾਮ ਧਨ ਤੁਹਾਨੂੰ ਗੁਰੂ ਦੇ ਉਪਦੇਸ਼ ਉੱਤੇ ਚੱਲ ਕੇ ਮਿਲ ਸਕਦਾ ਹੈ। ਆਪਣੀ ਹਉਮੈ ਹੰਕਾਰ ਛੱਡ ਕੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਇਹ ਤੁਹਾਨੂੰ ਨਾਮ ਰੂਪੀ ਮੋਤੀ ਆ ਮਿਲ ਸਕਦਾ। ਹੋਈ ਨਿਮਾਣੇ ਟੈ ਪਵਾਂ, ਪੂਰੇ ਸਤਿਗੁਰ ਪਾਸ। ਨਿਮਾਣਿਆ ਗੁਰਮਾਨ ਹੈ, ਗੁਰ ਸਤਿਗੁਰ ਕਰੇ ਸਾਬਾਸ। ਉਹ ਪਰਮਾਤਮਾ ਨਿਮਾਣਿਆਂ ਦਾ ਮਾਣ ਆ। ਜੋ ਨਿਮਾਣੇ ਹੋ ਕੇ ਜਾਂਦੇ ਆ, ਨਿਤਾਣੇ ਹੋ ਕੇ ਜਾਂਦੇ ਆ, ਆਪਦਾ ਮਾਣ ਛੱਡ ਕੇ ਜਾਂਦੇ ਆ, ਦੁਨੀਆਦਾਰੀ ਵਾਲਾ ਤਾਣ ਛੱਡ ਕੇ ਜਾਂਦੇ ਆ, ਆਪਦੀ ਹਉਮੈ ਹੰਕਾਰ ਛੱਡ ਕੇ ਆਪਦਾ ਮਨ ਤਨ ਧਨ ਸਭ ਗੁਰੂ ਅੱਗੇ ਅਰਪਿਤ ਕਰ ਦਿੰਦੇ ਆ। ਉਹਨੂੰ ਇਹ ਪਰਮਾਤਮਾ ਦਾ ਨਾਮ ਮਿਲਦਾ ਹੈ, ਜੋ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ। ਗੁਰੂ ਸਾਹਿਬ ਕਹਿੰਦੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ। ਉਹ ਗੁਰੂ ਦੇ ਸ਼ਰਨ ਦੇ ਵਿੱਚ ਪੈਣ ਨਾਲ ਕੀ ਕੀ ਮਿਲਦਾ ਸਾਨੂੰ? ਸੁੱਖ, ਪਰਮਾਤਮਾ ਦਾ ਨਾਮ, ਸ਼ੋਭਾ ਮਿਲਦੀ ਹੈ ਸੰਸਾਰ ਵਿੱਚ, ਤੇ ਇਹ ਸਾਰੀਆਂ ਚਿੰਤਾ ਲੈ ਜਾਂਦੀਆਂ। ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਦਾ ਵੇ ਤਾਂ ਸਦੀਵੀ ਆਨੰਦ ਮਿਲਦਾ, ਸਦੀਵੀ ਸੁੱਖ ਮਿਲਦਾ ਹੈ। ਮਾਇਆ ਵਾਲੇ ਤਾਂ ਅਲਪ ਸੁੱਖ ਆ ਨਾ, ਆਪਾਂ ਨੂੰ 4 ਦਿਨਾਂ ਦੇ ਸੁੱਖ ਤਾਂ ਹੁੰਦੇ ਆ, ਪਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਤਾਂ ਜੁਗੋ ਜੁਗ ਸ਼ੋਭਾ ਹੁੰਦੀ ਆ। ਅੱਜ ਦੇਖੋ 35 ਮਹਾਂਪੁਰਖੋਂ ਕਿਤੇ ਗਏ ਨਹੀਂ, ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਆ ਤੇ ਜੁਗੋ ਜੁਗ ਉਹਨਾਂ ਦੀ ਸ਼ੋਭਾ ਹੁੰਦੀ ਰਹੂਗੀ। ਇਹ ਸ਼ੋਭਾ ਕਾਹਦੇ ਕਰਕੇ ਆ? ਨਾਮ ਕਰਕੇ। ਤੇ ਅੱਜ ਮਾਇਆ ਧਾਰੀਆਂ ਨੂੰ ਕੋਈ ਕਿੰਨਾ ਕੁ ਯਾਦ ਕਰਦਾ? ਬਹੁਤ ਰਾਜੇ ਵੀ ਆ ਕੇ ਉੱਠ ਗਏ ਆ,
ਬਹੁਤ ਵੱਡੇ ਵੱਡੇ ਅਮੀਰ ਵੀ ਆ ਕੇ ਉੱਠ ਗਏ ਆ, ਪਰ ਕਿਸੇ ਨੂੰ ਕੋਈ ਯਾਦ ਨਹੀਂ ਕਰਦਾ। ਕੁਛ 4 ਦਿਨ ਯਾਦ ਕਰਦਾ, ਫਿਰ ਸਭ ਭੁੱਲ ਜਾਂਦੇ ਆ। ਤੇ ਆਹ ਦੇਖੋ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਧੰਨ ਸੀ, ਉਹਨਾਂ ਦੀ ਜੁਗੋ ਜੁਗ ਸ਼ੋਭਾ ਹੁੰਦੀ ਹੈ। ਨਾਲੇ ਜਗ ਮੈਂ ਸ਼ੋਭਾ ਨਾਮ ਕੀ, ਨਾਮ ਬਿਨ ਸ਼ੋਭ ਨਾ ਹੋਏ। ਇਹ ਮਾਇਆ ਕੀ ਸ਼ੋਭਾ 4 ਦਿਹਾੜੇ, ਜਾਂਦੇ ਬਿਲਮ ਨਾ ਹੋਏ। ਆਹ ਰਸ ਪੀਣਾ ਆਪਾਂ ਨਾਮ ਦਾ। ਕਹਿੰਦੇ ਗੁਰੂ ਸਾਹਿਬ ਕਹਿੰਦੇ ਰਾਮ ਰਸ ਪੀਆ ਰਹਿ, ਜੈ ਰਸ ਬਿਸਰ ਗਏ ਰਸ ਔਰ। ਜਦੋਂ ਆ ਪਰਮਾਤਮਾ ਦੇ ਨਾਮ ਦਾ ਰਸ ਪੀ ਲਿਆ ਨਾ, ਬਾਕੀ ਸਾਰੇ ਦੁਨੀਆਦਾਰੀ ਵਾਲੇ ਰਸ ਮਨ ਚੋਂ ਨਿਕਲ ਜਾਂਦੇ ਆ। ਆ ਪਰਮਾਤਮਾ ਦੇ ਨਾਮ ਦਾ ਰਸ ਪੀਣਾ, ਕਿਉਂਕਿ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਜਿੰਨਾ ਚਿਰ ਪੀਤਾ ਆਪਣਾ, ਉਹਨਾਂ ਚਿਰ ਮਨ ਮੈਲਾ ਹੀ ਆ। ਮੈਲਾ ਮਨ ਮੈਲਾ ਹਰ ਕੇ ਨਾਮ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨ ਮੈਲਾ ਹੈ। ਤੇ ਇਹ ਪਰਮਾਤਮਾ ਦਾ ਨਾਮ ਆਪਾਂ ਗੁਰੂ ਦੇ ਉਪਦੇਸ਼ ਉੱਤੇ, ਗੁਰੂ ਦੀ ਸਿੱਖਿਆ ਧਾਰਨ ਕਰਕੇ ਹੀ ਮਿਲ ਸਕਦਾ। ਗੁਰਸਿੱਖ ਬਣ ਕੇ, ਗੁਰਮੁਖ ਬਣ ਕੇ, ਜਿਨ੍ਹਾਂ ਦਾ ਗੁਰੂ ਵੱਲ ਮੁਖ ਹੋ ਜਾਂਦਾ, ਉਹ ਇਹ ਨਾਮ ਦਾ ਰਸ ਪੀਂਦੇ ਆ। ਉਹ ਮਾਇਆ ਵਾਲਾ ਰਸ ਨਹੀਂ ਪੀਂਦੇ। ਤੇ ਮੇਰੇ ਵਰਗੇ ਤਾਂ ਮਾਇਆ ਧਾਰੀ ਸਾਰਾ ਦਿਨ ਮਾਇਆ ਵਿੱਚ ਹੀ ਡੁੱਬੇ ਰਹਿੰਦੇ ਆ। ਤੇ ਫਿਰ ਫਰੀਦ ਜੀ ਕਹਿੰਦੇ, ਜੇ ਤੁਸੀਂ ਮਾਇਆ ਵਿੱਚ ਡੁੱਬੇ ਆ ਤਾਂ ਛੱਪੜ ਵਿੱਚ ਹੀ ਤਾਰੀਆਂ ਲਾ ਰਹੇ ਹੋ, ਤੇ ਛੱਪੜ ਵਿੱਚ ਹੱਥ ਮਾਰ ਰਹੇ ਹੋ, ਤੇ ਛੱਪੜ ਵਿੱਚੋਂ ਤਾਂ ਕੀ ਮਿਲਦੇ ਆ? ਚਿੱਕੜ ਨਾਲ ਹੱਥ ਲਿਬੜਨਗੇ ਤੁਹਾਡੇ। ਤੇ ਪਰਮਾਤਮਾ ਦਾ ਨਾਮ ਤਾਂ ਤੁਸੀਂ ਹੰਸ ਬਣੋਗੇ ਤਾਂ ਪਰਮਾਤਮਾ ਦਾ ਨਾਮ ਤੁਹਾਨੂੰ ਮਿਲ ਸਕਦਾ। ਇਹ ਹੀਰੇ ਮੋਤੀ ਤੁਸੀਂ ਚੋਕ ਸਕਦੇ ਆ। ਤੇ ਤੁਸੀਂ ਸਰੋਵਰ ਵਿੱਚ ਵੜ ਗਏ, ਹੀਰੇ ਮੋਤੀ ਲੱਭ ਲਓਗੇ ਹੰਸ ਬਣ ਕੇ। ਜੇ ਗੁਰਮੁਖ ਬਣੋਗੇ ਤਾਂ, ਗੁਰਮੁਖ ਨੂੰ ਗੁਰਬਾਣੀ ਦੇ ਵਿੱਚ ਹੰਸ ਕਿਹਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜੇ ਛੱਪੜ ਵਿੱਚ ਡੁੱਬੇ ਆ ਤਾਂ ਬਗਲੇ ਹੀ ਬਣੇ ਹੋਏ ਆ, ਤੇ ਡੱਡੂ ਮੱਛੀਆਂ ਪਾਲਦੇ ਆ। ਤੇ ਤੁਸੀਂ ਆਪਦਾ ਜੀਵਨ ਬੇਕਾਰ ਵਿੱਚ ਅਜਾਈ ਗਵਾਉਣੇ ਹੋ, ਚਿੱਕੜ ਵਿੱਚ ਹੱਥ ਮਾਰ ਰਹੇ ਹੋ। ਵਾਹਿਗੁਰੂ ਵਾਹਿਗੁਰੂ। ਜੇ ਆ ਤੁਸੀਂ ਮਾਇਆ ਵਿੱਚ ਫਸੇ ਆ ਤਾਂ ਵਿਸ਼ੇ ਵਿਕਾਰਾਂ ਦੀ ਜ਼ਹਿਰ ਖਾਂਦੇ ਹੋ। ਤੇ ਵਿਸ਼ੇ ਵਿਕਾਰ ਖਾਣਾ ਆਪਾਂ ਚਿੱਕੜ ਵਿੱਚ ਡੁੱਬਣਾ ਹੈ। ਮਾਇਆ ਦੇ ਮੋਹ ਵਿੱਚ ਡੁੱਬੇ ਹੋਏ ਆ, ਚਿੱਕੜ ਵਿੱਚ ਡੁੱਬੇ ਹੋਏ ਆ। ਵਾਹਿਗੁਰੂ ਜੀ। ਫਰੀਦਾ ਨੱਢੀ ਕੰਤ ਨਾ ਰਾਵਿਓ, ਵੱਡੀ ਥੀ ਮੋਏ ਆਸ। ਧਨ ਕੁ ਕਹਿੰਦੀ ਗੌਰ ਮੈਂ, ਤੈ ਸਹਿ ਨਾ ਮਿਲਿਆਸ। ਕਹਿੰਦੇ ਫਰੀਦ ਜੀ ਕਹਿੰਦੇ, ਜਿਸ ਜਵਾਨ ਜੀਵ ਇਸਤਰੀ ਨੇ ਜਵਾਨੀ ਵਿੱਚ ਪਰਮਾਤਮਾ ਪਤੀ ਦਾ ਰੰਗ ਨਹੀਂ ਮਾਣੇ, ਭਾਵ ਜਿਸ ਨੇ ਜਵਾਨੀ ਵੇਲੇ ਰੱਬ ਨੂੰ ਨਹੀਂ ਸਿਮਰਿਆ, ਉਹ ਜੀਵ ਇਸਤਰੀ ਬੁੱਢੀ ਹੋ ਕੇ ਮਰ ਗਈ। ਗੁਰੂ ਸਾਹਿਬ ਕਹਿੰਦੇ ਆ ਮਾਨਸ ਜਨਮ ਮਿਲਿਆ ਤੁਹਾਨੂੰ ਪਰਮਾਤਮਾ ਨੂੰ ਸਿਮਰਨ ਵਾਸਤੇ। ਜੇ ਤੁਸੀਂ ਇਸ ਸਰੀਰ ਵਿੱਚ ਵੀ ਉਸ ਪਰਮਾਤਮਾ ਨਾਲ ਤੁਹਾਡਾ ਮਿਲਾਪ ਨਹੀਂ ਹੋਇਆ, ਤੇ ਤੁਹਾਡਾ ਉਹ ਹਾਲ ਆ ਜੋ ਇਸਤਰੀ ਨੇ ਜਵਾਨੀ ਵਿੱਚ ਆਪਣੇ ਪਤੀ ਪ੍ਰਭੂ ਦਾ ਸਾਥ ਨਹੀਂ ਮਾਣਿਆ, ਤੁਹਾਡਾ ਵੀ ਆਹ ਹਾਲ ਹੀ ਆ। ਜੇ ਅਸੀਂ ਇਸ ਸਰੀਰ ਵਿੱਚ ਰਹਿੰਦੇ ਆ ਵੀ ਉਸ ਪਰਮਾਤਮਾ ਨਾਲ ਮਿਲਾਪ ਨਹੀਂ ਕੀਤਾ, ਤੇ ਕਹਿੰਦੇ ਫਿਰ ਮਰਨ ਪਿੱਛੋਂ ਤਾਂ ਪਰਮਾਤਮਾ ਨਾਲ ਕਿਵੇਂ ਮਿਲਾਪ ਹੋਊਗਾ? ਰਹਿੰਦੇ ਰਹਿੰਦੇ ਹੀ ਇਸ ਜ਼ਿੰਦਗੀ ਵਿੱਚ ਹੀ ਪਰਮਾਤਮਾ ਨੂੰ ਸਿਮਰਨਾ ਸੀ। ਜੇ ਵੇਲੇ ਸਿਰ ਤੁਹਾਡਾ ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋਇਆ, ਤੇ ਮਰਨ ਤੋਂ ਬਾਅਦ ਕਿੱਥੋਂ ਮਿਲਾਪ ਹੋਊਗਾ? ਫਿਰ ਤਾਂ ਜਦੋਂ ਮੌਤ ਆਉਂਦੀ ਫਿਰ ਤਰਲੇ ਲੈਂਦਾ ਜੀਵ ਵੀ, ਮੈਂ ਉਦੋਂ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਿਆ? ਜਦੋਂ ਮੇਰੇ ਕੋਲੇ ਸਰੀਰ ਸੀ, ਆ ਦੇਹ ਸੀ, ਆ ਗਿਆਨ ਇੰਦਰੇ ਸੀ, ਕਰਮ ਇੰਦਰੇ ਸੀ, ਮੈਂ ਕਿਉਂ ਮਾੜੇ ਕਰਮ ਕਮਾਉਂਦਾ ਰਹਿ ਗਿਆ? ਮੈਂ ਕਿਉਂ ਮਾਇਆ ਵਿੱਚ ਹੀ ਫਸਿਆ ਰਹਿ ਗਿਆ? ਮੈਂ ਮਾਇਆ ਵਿੱਚ ਰਹਿੰਦਿਆਂ ਹੀ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕੀਤਾ? ਜਦੋਂ ਮੌਤ ਆ ਜਾਂਦੀ ਹੈ ਫਿਰ ਤਾਂ ਹੱਥ ਮਲਦਾ ਰਹਿ ਜਾਂਦਾ, ਫਿਰ ਹੱਥ ਪੱਲੇ ਕੁਛ ਨਹੀਂ ਆਉਂਦਾ। ਵਾਹਿਗੁਰੂ ਵਾਹਿਗੁਰੂ। ਫਰੀਦਾ ਸਿਰ ਪਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ, ਮਾਣੇ ਕਿਆ ਰੜੀਆਂ। ਕਹਿੰਦੇ ਸਿਰ ਵੀ ਚਿੱਟਾ ਹੋ ਗਿਆ, ਦਾੜੀ ਵੀ ਚਿੱਟੀ ਹੋ ਗਈ, ਤੇ ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਭਾਵ ਬੁਢਾਪਾ ਆ ਗਿਆ। ਪਰ ਹੇ ਗਾਫਿਲ ਮਨਾ, ਤੂੰ ਹਜੇ ਵੀ ਮਾਇਆ ਦੀ ਨੀਂਦ ਵਿੱਚ ਹੀ ਸੁੱਤਾ ਪਿਆ, ਦੁਨੀਆਦਾਰੀਆਂ ਵਾਲੀਆਂ ਮੌਜਾਂ ਹੀ ਮਾਣੀ ਜਾਣਾ। ਤੂੰ ਆਪਦਾ ਪੱਕਾ ਟਿਕਾਣਾ ਇੱਥੇ ਬਣਾ ਕੇ ਬੈਠਾ ਹੈ। ਇਹ ਤਾਂ ਸਭ ਕੁਝ ਛੱਡ ਕੇ ਜਾਣਾ। ਇਹਦੇ ਵਿੱਚ ਰਹਿੰਦਿਆਂ ਹੀ ਫਰੀਦ ਜੀ ਕਹਿੰਦੇ ਤੁਸੀਂ ਪਰਮਾਤਮਾ ਨੂੰ ਯਾਦ ਕਰਨਾ ਸੀ, ਪਰ ਅਸੀਂ ਦੁਨੀਆਦਾਰੀ ਦੇ ਰੰਗ ਤਮਾਸ਼ਿਆਂ ਦੇ ਵਿੱਚ ਹੀ ਫਸ ਕੇ ਰਹਿ ਗਏ। ਉਹ ਪਰਮਾਤਮਾ ਨੂੰ ਜੋ ਸਭ ਕੁਝ ਦੇਣ ਵਾਲਾ ਹੈ, ਜੋ ਧਨ ਦੌਲਤ ਧੀਆਂ ਪੁੱਤ ਘਰ-ਬਾਰ ਦੇਣ ਵਾਲਾ ਹੈ, ਅਸੀਂ ਕਮਲੇ ਮਨ ਨੇ ਕਦੇ ਉਸ ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ, ਉਹਦਾ ਕਦੇ ਸ਼ੁਕਰ ਹੀ ਨਹੀਂ ਕੀਤਾ। ਅਸੀਂ ਤਾਂ ਲਾਂਭਾ ਹੀ ਦਿੰਦੇ ਹਾਂ ਉਹਨੂੰ ਪਰਮਾਤਮਾ ਨੂੰ। ਐਡੇ ਮੂਰਖ ਹਾਂ ਅਸੀਂ।
ਵਾਹਿਗੁਰੂ ਇੰਨਾ ਕੁਛ ਪਰਮਾਤਮਾ ਤੋਂ ਦਿੰਨਾ ਅਸੀਂ ਤੈਨੂੰ ਤਾਂ ਵੀ ਲਾਂਭੇ ਹੀ ਦਿੰਨੇ ਆ ਵਾਹਿਗੁਰੂ। 10 ਵਸਤੂਲੇ ਪਾਛੇ ਪਾਵੇ ਏਕ ਬਸਤ ਕਾਰਨ ਬਿਖੋਟ ਗਵਾਵੇ ਏਕ ਬੀ ਨਾ ਦੇ 10 ਪੀ ਹਿਰਲੇ ਤੋ ਮੂੜਾ ਕਹੁ ਕਹਾ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਕਿਓ ਕੀਜੇ ਸਦ ਨਾਮ ਸ਼ਿਕਾਰਾ। ਅਸੀਂ ਹਰ ਇੱਕ ਸੁਖਮਨੀ ਸਾਹਿਬ ਦੇ ਵਿੱਚ ਅਸੀਂ ਇਹ ਅਸ਼ਟਪਦੀ ਪੜ੍ਹ ਕੇ ਜਾਂਦੇ ਹਾਂ। 10 ਵਸਤੂਲੇ ਪਾਛੇ ਪਾਵੇ ਏਕ ਬਸਤ ਕਾਰਨ ਬਿਖੋਟ ਗਵਾਵੇ। ਪਰ ਬਸ ਅਸੀਂ ਤਾਂ ਪੜ੍ਹਨ ਤੱਕ ਹੀ ਸੀਮਤ ਹਾਂ। ਜਲਦੀ ਜਲਦੀ 'ਚ ਅਸੀਂ ਜੀ ਸੁਖਮਨੀ ਸਾਹਿਬ ਪੜ੍ਹਤਾ। ਜੇ ਸੁਖਮਨੀ ਸਾਹਿਬ ਦੀ ਅਸੀਂ ਆਹ ਅਸ਼ਟਪਦੀ ਦੀਆਂ ਹੀ ਤੁਕਾਂ ਕਮਾ ਲਈਏ ਵੀ 10 ਵਸਤੂਲੇ ਪਾਛੇ ਪਾਵੇ ਏਕ ਬਸਤ ਕਾਰਨ ਬਿਖੋਟ ਗਵਾਵੇ ਏਕ ਬੀ ਨਾ ਦੇ 10 ਵੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ। ਜੇ ਆਹ ਹੀ ਅਸੀਂ ਗੁਰਬਾਣੀ ਦੀਆਂ ਸੁਖਮਨੀ ਸਾਹਿਬ ਦੀਆਂ ਤੁਕਾਂ ਅਸੀਂ ਕਮਾ ਲਈਏ ਵੀ ਗੁਰੂ ਸਾਹਿਬ ਕਹਿੰਦੇ ਤੈਨੂੰ 10 ਵਸਤੂ ਦਿੱਤੀਆਂ, ਜੇ ਤੈਨੂੰ ਇੱਕ ਨਹੀਂ ਦਿੱਤੀ ਤਾਂ ਤੂੰ ਮੈਨੂੰ ਲਾਂਭੇ ਦਿੰਦਾ, ਇੱਕ ਕਰਕੇ ਤੂੰ ਮੇਰੇ ਨਾਲ ਨਾਰਾਜ਼ ਹੁੰਨਾ। ਜੇ ਮੈਂ ਤੈਨੂੰ ਇਹ 10 ਹੀ ਤੇਰੇ ਕੋਲ ਖੋਲਾਂ ਇੱਕ ਵੀ ਨਾ ਤੈਨੂੰ ਦੇਵਾਂ, ਏਕ ਵੀ ਨਾ ਦੇ 10 ਪੀ ਹਿਰਲੇ, ਜੇ ਮੈਂ 10 ਵੀ ਲੈ ਲਾਂ ਤਾਂ ਤੈਨੂੰ ਇੱਕ ਵੀ ਨਾ ਦੇਵਾਂ, ਫਿਰ ਤੂੰ ਕੀ ਕਰ ਲੇਗਾ। ਅਸੀਂ ਮੂਰਖ ਹਾਂ, ਅਸੀਂ ਗਵਾਰ ਹਾਂ, ਅਸੀਂ ਪੜ੍ਹੀ ਜਾਂਦੇ ਹਾਂ ਬਾਣੀ। ਬਸ ਅਸੀਂ ਪੜ੍ਹ ਕੇ ਕਹਿ ਦਿੰਦੇ ਜੀ ਮੈਂ ਤਾਂ 4 ਸੁਖਮਨੀ ਸਾਹਿਬ ਕਰ ਲਏ, ਮੈਂ ਤਾਂ ਜੀ 5 ਸੁਖਮਨੀ ਸਾਹਿਬ ਕਰ ਲਏ। ਉਹ ਗੁਰਬਾਣੀ ਪੜ੍ਹਨ ਦਾ ਵਿਸ਼ਾ ਨਹੀਂ ਸੀ, ਗੁਰਬਾਣੀ ਸਮਝਣ ਦਾ ਵਿਸ਼ਾ ਸੀ। ਅਸੀਂ ਗੁਰਬਾਣੀ ਕਮਾਈ ਨਹੀਂ, ਪੜ੍ਹ ਪੜ੍ਹ ਕੇ ਗੱਡੀਆਂ ਲੱਦੀਆਂ। ਮੈਂ ਤਾਂ ਜੀ ਇੰਨੇ ਜਪਜੀ ਸਾਹਿਬ ਕਰਦਾ, ਮੈਂ ਤਾਂ ਜੀ ਇੰਨੇ ਵਜੇ ਉੱਠਦਾ ਹੈ, ਮੈਂ ਤਾਂ ਇੰਨੀ ਬਾਣੀ ਪੜ੍ਹਦਾ ਹੈ, ਮੈਂ ਤਾਂ 40 ਮਿੰਟਾਂ 'ਚ 35 ਮਿੰਟਾਂ 'ਚ ਸੁਖਮਨੀ ਸਾਹਿਬ ਕਰ ਦਿੰਦਾ। ਉਹ ਇਹ ਰੇਸ ਨਹੀਂ ਲਾਉਣੀ ਸੀ। ਇਹ ਸੰਗਤ ਜੀ ਗੁਰਬਾਣੀ ਆਪਾਂ ਕਮਾਉਣੀ ਆ, ਆਪਾਂ ਪੜ੍ਹਨ ਵਾਲੀ ਕਲਾਸ ਵਿੱਚ ਹੀ ਫਿਰਦੇ ਹਾਂ। ਗੁਰੂ ਸਾਹਿਬ ਕਹਿੰਦੇ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ 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 ਕਰ ਮਾਨੀ। ਗੁਰੂ ਸਾਹਿਬ ਕਹਿੰਦੇ ਉਹ ਪਾਸ ਹੋਣਗੇ ਜਿਹੜੇ ਮੰਨਣ ਵਾਲੀ ਕਲਾਸ 'ਚ ਜਾਣਗੇ, ਤੇ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਪੜ੍ਹ ਪੜ੍ਹ ਹੀ ਗੱਡੀਆਂ ਲੱਦੀਆਂ ਉਹ ਤਾਂ ਇਹ ਫੇਲ ਹੀ ਹੋ ਕੇ ਜਾਣਗੇ। ਮਨੁੱਖਾ ਜਨਮ ਦੀ ਬਾਜੀ ਹਾਰ ਕੇ ਜਾਣਗੇ, ਕਿਉਂਕਿ ਪੜ੍ਹਨ ਤੱਕ ਹੀ ਸੀਮਤ ਰਹਿ ਗਏ। ਤੇ ਗੁਰੂ ਸਾਹਿਬ ਕਹਿੰਦੇ ਥਾਂ ਉਹਦਾ ਪੈਣਾ ਜਿਹੜਾ ਮੰਨੂਗਾ। ਤੇ ਗੁਰਬਾਣੀ ਦੀ ਤਾਂ ਅਸੀਂ ਇੱਕ ਤੋਕੀ ਕਮਾ ਲਈਏ ਉਹੀ ਬਹੁਤ ਆ। ਪਰ ਨਹੀਂ ਜੀ, ਅਸੀਂ ਤਾਂ ਪੜ੍ਹ ਕੇ ਬਸ ਆਪਦੀ ਡਿਊਟੀ ਖਤਮ ਕਰਤੀ, ਚਲੋ ਜੀ ਮੈਂ ਤਾਂ ਸੁਖਮਨੀ ਸਾਹਿਬ ਕਰ ਲਿਆ, ਤੇ ਗੁਰੂ ਦੇ ਇੱਕ ਵੀ ਸ਼ਬਦ ਤੇ ਪਹਿਰਾ ਨਹੀਂ ਦਿੱਤਾ। ਤੇ ਮਨ ਕਿਵੇਂ ਸ਼ਾਂਤ ਹੋਊਗਾ। ਅਸੀਂ ਕਹਿ ਦਿੰਦੇ ਜੀ ਇੰਨੀ ਗੁਰਬਾਣੀ ਪੜ੍ਹਦੇ ਅਸੀਂ, ਮਨ ਨਹੀਂ ਸ਼ਾਂਤ ਹੁੰਦਾ ਸਾਡਾ, ਮਨ ਤਾਂ ਕਲਪਦਾ ਹੀ ਰਹਿੰਦਾ। ਉਹ ਮਨ ਕਿਵੇਂ ਸ਼ਾਂਤ ਹੋਊਗਾ ਜਦੋਂ ਗੁਰਬਾਣੀ ਕਮਾਈ ਨਹੀਂ। ਅਸੀਂ ਤਾਂ ਗੁਰਦੁਆਰਿਆਂ ਵਿੱਚ ਵੀ ਜਾ ਜਾ ਕੇ ਮਾਇਆ ਦੀ ਖਾਤਰ ਅਰਦਾਸਾਂ ਕੀਤੀਆਂ। ਗੁਰੂ ਗ੍ਰੰਥ ਸਾਹਿਬ 'ਤੇ ਬਸ ਰੁਮਾਲੇ ਚੜ੍ਹਾਇਆ ਏ, ਚੌਰ ਸਾਹਿਬ ਕਰਿਆ ਏ, ਗੋਲਕ 'ਚ ਪੈਸੇ ਪਾਇਆ ਏ, ਸੰਗਰਾਂਦਾਂ ਮਨਾ ਲਈਆਂ, ਮੱਸਿਆ ਮਨਾ ਲਈਆਂ। ਅਸੀਂ ਤਾਂ ਆਹੀ ਕੁਛ ਕੀਤਾ ਏ, ਬਾਹਰੋਂ ਹੀ ਮੱਥੇ ਟੇਕਿਆ। ਗੁਰੂ ਸਾਹਿਬ ਕਹਿੰਦੇ ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਵੇਖ ਤਾਂ ਸਾਰਾ ਜੱਗ ਹੀ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਤਾਂ ਦੇਖੀਏ ਹੁਣ ਸਾਰੇ ਟੇਕ ਰਹੇ ਆ, ਪਰ ਗੁਰੂ ਸਾਹਿਬ ਕਹਿੰਦੇ ਡਿੱਠਿਆਂ ਵੀ ਮੁਕਤ ਨਹੀਂ ਹੋਣਾ। ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਸਾਹਿਬ ਕਹਿੰਦੇ ਤੁਸੀਂ ਸ਼ਬਦ ਤੇ ਵਿਚਾਰ ਨਹੀਂ ਕੀਤੀ। ਹੁਣ ਆਪਾਂ ਗੁਰੂ ਸਾਹਿਬ ਦੇ ਸ਼ਬਦ ਤੇ ਵਿਚਾਰ ਕੀਤੀ ਹੈ ਨਾ, 10 ਵਸਤੂਲੇ ਪਾਛੇ ਪਾਵੇ ਇੱਕ ਬਸਤ ਕਾਰਨ ਬਿਖੋਟ ਗਵਾਵੇ। ਇਹ ਗੁਰੂ ਸਾਹਿਬ ਦੇ ਸ਼ਬਦ ਤੇ ਜੇ ਹੁਣ ਆਪਾਂ ਵਿਚਾਰ ਕਰਾਂਗੇ, ਇਹ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਵਾਂਗੇ, ਤਾਂ ਆਪਾਂ ਗੁਰੂ ਸਾਹਿਬ ਨੂੰ ਲਾਂਭੇ ਦੇਵਾਂਗੇ ਵੀ ਮੇਰੇ ਗੁਰੂ ਨੇ ਤਾਂ ਕਿਹਾ ਵੀ 10 ਵਸਤੂਲੇ ਪਾਛੇ ਪਾਵੇ ਇੱਕ ਬਸਤ ਕਾਰਨ ਬਿਖੋਟ ਗਵਾਵੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਕਿਓ ਕੀਜੇ ਸਤਿਨਾਮ ਸ਼ਿਕਾਰਾ। ਜਿਸ ਪਰਮਾਤਮਾ ਅੱਗੇ ਆਪਣੀਆਂ ਕੋਈ ਨਹੀਂ ਚੱਲ ਸਕਦੀ, ਉਹਨੂੰ ਤਾਂ ਨਮਸਕਾਰ 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 ਹੀ ਹੈ। ਜੋ ਵੀ ਉਹ ਕਰਦਾ ਵਾਹਿਗੁਰੂ ਸੱਤ ਹੈ, ਸੱਤ ਹੈ, ਉਹ ਸਾਡੇ ਭਲੇ ਲਈ ਹੋਊਗਾ। ਆਪਾਂ ਆਹੀ ਤੁਕਾਂ ਕਮਾ ਲਈਏ, ਸ਼ਬਦ ਤੇ ਵਿਚਾਰ ਕਰ ਲਈਏ, ਇਹ ਸ਼ਬਦ ਨੂੰ ਹਿਰਦੇ 'ਚ ਵਸਾ ਲਈਏ। ਪਰ ਨਹੀਂ, ਅਸੀਂ ਤਾਂ ਵੱਲ ਸੰਗਰਾਂਦਾਂ ਮੱਸਿਆ ਮਨਾਉਣ ਵਾਲੇ ਤੇ ਹਰ ਰੋਜ਼ ਗੁਰਦੁਆਰਾ ਮੱਥਾ ਟੇਕ ਕੇ ਆਉਣ ਵਾਲੇ। ਉਹ ਮੱਥਾ ਟੇਕਣਾ ਸੀ, ਆਪਦੇ ਮਨ ਦੀ ਮੱਤ ਛੱਡਣੀ ਸੀ, ਮਨ ਦੀ ਮੱਤ ਛੱਡਣੀ ਸੀ। ਗੁਰੂ ਸਾਹਿਬ ਕਹਿੰਦੇ ਮਨ ਕੀ ਮੱਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਇਆ ਰੇ ਜੋ ਪ੍ਰਭ ਕਰੇ ਸੋਈ ਪਲ ਮਾਨੋ ਸੁਖ ਦੁੱਖ ਉਹੀ ਧਿਆਇਆ ਰੇ। ਲੋ ਆਹ ਤੁਕਾਂ ਹੀ ਆਪਾਂ ਕਮਾ ਲਈਏ, ਗੁਰੂ ਦੇ ਸ਼ਬਦ ਤੇ ਪਹਿਰਾ ਦੇ ਦਈਏ, ਆਹੀ ਇਸ ਸ਼ਬਦ ਤੇ ਵਿਚਾਰ ਕਰ ਲਈਏ। ਗੁਰੂ ਸਾਹਿਬ ਕਹਿੰਦੇ ਮਨ ਦੀ ਮੱਤ ਛੱਡ ਦਿਓ, ਪਰ ਅਸੀਂ ਤਾਂ ਮੱਥੇ ਵੀ ਟੇਕਦੇ ਹਾਂ ਤੇ ਮਨ ਦੀ ਮੱਤ ਵੀ ਕਰਦੇ ਹਾਂ, ਤੇ ਤਾਂ ਹੀ ਮਨ ਕਲਪਦਾ। ਫਿਰ ਅਸੀਂ ਕਹਿੰਦੇ ਜੀ ਗੁਰਬਾਣੀ ਪੜ੍ਹ ਕੇ ਸਾਡਾ ਮਨ ਨਹੀਂ ਸ਼ਾਂਤ ਹੋਇਆ। ਉਹ ਮਨ ਸ਼ਾਂਤ ਹੋਣਾ ਆਪਣਾ ਗੁਰਬਾਣੀ ਕਮਾ ਕੇ। ਸੰਗਤ ਜੀ ਗੁਰਬਾਣੀ ਕਮਾਈਏ, ਪੜ੍ਹ ਪੜ੍ਹ ਕੇ ਗੱਡੀਆਂ ਨਾ ਲੱਦੀਏ।
ਅਰਦਾਸ ਕਰੀਏ ਵੀ ਵਾਹਿਗੁਰੂ ਜੀ ਗੁਰਬਾਣੀ ਸਾਨੂੰ ਸਮਝ ਆ ਜਾਵੇ, ਸਾਨੂੰ ਗੁਰਬਾਣੀ ਕਮਾਉਣੀ ਆ ਜਾਵੇ। ਗੁਰਬਾਣੀ ਜੀਵਨ ਜਾਚ ਆ, ਗੁਰੂ ਸਾਹਿਬ ਜੀਵਨ ਜਾਚ ਦੇ ਕੇ ਗਏ ਆ ਸਾਨੂੰ। ਪੜ੍ਹਨ ਦਾ ਵਿਸ਼ਾ ਹੀ ਨਹੀਂ, ਇਕੱਲਾ ਸਮਝਣ ਦਾ ਵਿਸ਼ਾ ਨਾਲ ਗੁਰਬਾਣੀ। ਵਾਹਿਗੁਰੂ ਅਰਦਾਸ ਕਰੀਏ ਵੀ ਵਾਹਿਗੁਰੂ ਸਾਨੂੰ ਗੁਰਬਾਣੀ ਸਮਝ ਆ ਜਾਵੇ, ਵਾਹਿਗੁਰੂ ਗੁਰਬਾਣੀ ਕਮਾਉਣੀ ਆ ਜਾਵੇ, ਗੁਰੂ ਦਾ ਉਪਦੇਸ਼ ਮੰਨਣਾ ਆ ਜਾਵੇ, ਸਾਨੂੰ ਗੁਰਸਿੱਖ ਬਣਾਓ, ਗੁਰਮੁਖ ਬਣਾਓ। ਵਾਹਿਗੁਰੂ ਅਸੀਂ ਮਨਮੁਖ ਹਾਂ, ਅਸੀਂ ਮਨ ਦੀ ਮੱਤ ਛੱਡ ਦਈਏ ਵਾਹਿਗੁਰੂ ਤੇਰੀ ਕਿਰਪਾ ਨਾਲ। ਵਾਹਿਗੁਰੂ ਗੁਰੂ ਸਾਹਿਬ ਕਹਿੰਦੇ ਅੱਗੇ, ਫਰੀਦ ਜੀ ਕਹਿੰਦੇ, ਫਰੀਦਾ ਕੋਠੇ ਤੁੱਕਣ ਕੇਤੜਾ ਪਿਰ ਨਿੰਦੜੀ ਨਿਵਾਰ, ਜੋ ਦੇ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ। ਕਹਿੰਦੇ ਤੂੰ ਕੋਠੇ ਦੀ ਦੌੜ, ਕਿੱਥੋਂ ਤੱਕ ਕੋਠੇ ਦੀ ਦੌੜ ਉੱਤੇ ਭੱਜ ਸਕਦਾ ਹੈ? ਕੋਠੇ ਉੱਤੇ ਭਾਵ ਲੰਮੀ ਦੌੜ ਨਹੀਂ ਲਾ ਸਕਦਾ। ਹੇ ਮਨਾ ਤੂੰ ਰੱਬ ਵੱਲੋਂ ਗਾਫਿਲ ਹੋਇਆ ਪਿਆ ਹੈ ਤੇ ਤੇਰੀ ਜ਼ਿੰਦਗੀ ਖਤਮ ਹੁੰਦੀ ਜਾ ਰਹੀ ਹੈ। ਜ਼ਿੰਦਗੀ ਦੇ ਜੋ ਗਿਣਵੇਂ ਦਿਨ ਮਿਲੇ ਆ ਉਹ ਛਾਲਾਂ ਮਾਰ ਮਾਰ ਕੇ ਕੱਢ ਲਏ, ਹਉਮੈ ਹੰਕਾਰ ਵਿੱਚ ਕੱਢ ਲਏ, ਮਾਇਆ ਦੀ ਦੌੜ ਵਿੱਚ ਹੀ ਲੱਗੇ ਰਹਿ ਗਏ। ਵਾਹਿਗੁਰੂ ਤੈਨੂੰ ਕਦੇ ਯਾਦ ਹੀ ਨਹੀਂ ਕੀਤਾ। ਰੈਣ ਗਵਾਈ ਸੋਏ ਕੇ ਦਿਨਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੇ ਪਛਤਾਏ। ਗੁਰੂ ਸਾਹਿਬ ਕਹਿੰਦੇ ਪਿੱਛੋਂ ਪਛਤਾਵੇਂਗਾ, ਜਦੋਂ ਮੌਤ ਆ ਗਈ ਉਦੋਂ ਤੇਰੇ ਹੱਥ ਪੱਲੇ ਕੁਛ ਨਹੀਂ ਆਉਣਾ। ਜ਼ਿੰਦਗੀ ਦੇ ਜਿਹੜੇ ਗਿਣਵੇਂ ਦੇਣਾ ਉਦੋਂ ਤੂੰ ਛਾਲਾਂ ਮਾਰ ਮਾਰ ਕੇ ਮਾਇਆ ਦੇ ਵਿੱਚ ਹੀ ਲਿਪਟ ਲਿਪਟ ਕੇ ਤੂੰ ਜ਼ਿੰਦਗੀ ਦੇ ਦਿਨ ਗਵਾ ਲਏ ਆਪਦੇ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀਂ ਕੋਈ ਨਾ ਹੁਸੀ ਮਿੱਤ। ਕਹਿੰਦੇ ਜਿਹੜੇ ਤੇਰੇ ਫਰੀਦ ਜੀ ਕਹਿੰਦੇ ਤੇਰੇ ਘਰ ਤੇ ਮਹਿਲ ਮਾੜੀਆਂ, ਤੂੰ ਇਹਨਾਂ ਨਾਲ ਹੀ ਚਿੱਤ ਜੋੜ ਕੇ ਬੈਠਾ ਹੈ, ਪਰ ਮਰਨ ਤੋਂ ਬਾਅਦ ਤੈਨੂੰ ਅਤੋਲਵੀਂ ਮਿੱਟੀ ਤੇਰੇ ਉੱਤੇ ਪੈਣੀ ਹੈ। ਇਹਨਾਂ ਵਿੱਚੋਂ ਕੋਈ ਵੀ ਤੇਰੇ ਸਾਥ ਨਹੀਂ ਜਾਣਾ, ਕਿਸੇ ਨੇ ਵੀ ਨਾਲ ਨਹੀਂ ਜਾਣਾ। ਸਿੰਘ ਸਭ ਇੱਥੇ ਰਹਿ ਜਾਣਾ, ਸਭ ਕੁਛ ਸਭ ਇੱਥੇ ਹੀ ਰਹਿ ਜਾਣਾ, ਕੁਛ ਵੀ ਨਾਲ ਨਹੀਂ ਜਾਣਾ। ਜਿਹੜੀਆਂ ਮਹਿਲ ਮਾੜੀਆਂ ਜਿਨ੍ਹਾਂ ਦੀ ਤੂੰ ਹਉਮੈ ਹੰਕਾਰ ਦੇ ਵਿੱਚ ਫੜਦਾ, ਇਹ ਨਹੀਂ ਸੰਗਤ ਜੀ। ਆਪਾਂ ਘਰ ਬਾਰ ਨਹੀਂ ਬਣਾਉਣੇ, ਧੀਆਂ ਪੁੱਤ ਨਹੀਂ ਸਾਂਭਣੇ ਆ, ਘਰ ਬਾਰ ਵੀ ਬਣਾਉਣੇ ਆ, ਪਰ ਉਹਦੇ ਵਿੱਚ ਹੀ ਨਹੀਂ ਆਪਾਂ ਮਸਤ ਰਹਿਣਾ, ਪਰਮਾਤਮਾ ਨੂੰ ਯਾਦ ਕਰਨਾ ਹੈ। ਸਿੱਖ ਸਖਾ ਸਭ ਤਜ ਗਏ, ਕੋਈ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਸਭ ਨੇ ਚਲੇ ਜਾਣਾ, ਇੱਕ ਪਰਮਾਤਮਾ ਦਾ ਨਾਮ ਹੈ ਜੋ ਤੇਰਾ ਸਹਾਈ ਹੋਊਗਾ। ਤੂੰ ਘਰ ਬਾਰ ਬਣਾ, ਆਪਦਾ ਘਰ ਸਾਂਭ, ਗ੍ਰਹਿਸਤ ਸਾਂਭ। ਪਰ ਗੁਰੂ ਸਾਹਿਬ ਕਹਿੰਦੇ ਗ੍ਰਹਿਸਤ ਮੈਂ ਸੋਈ ਨਿਰਵਾਣ, ਏਕ ਊਪਰ ਜਿਸ ਜਨ ਕੀ ਆਸਾ, ਤਿਨ ਕੀ ਕਟੀਏ ਜਮ ਕੀ ਫਾਸਾ। ਜੋ ਘਰ ਬਾਰ ਵਿੱਚ ਵੀ ਰਹਿੰਦਾ ਇੱਕ ਪਰਮਾਤਮਾ ਦਾ ਓਟ ਆਸਰਾ ਲੈਂਦਾ ਵੀ ਪਰਮਾਤਮਾ ਤੂੰ ਹੀ ਆ ਮੈਨੂੰ ਸਭ ਕੁਛ ਦੇਣ ਵਾਲਾ, ਘਰ ਬਾਰ ਵੀ ਤੂੰ ਹੀ ਦਿੱਤਾ, ਮਹਿਲ ਮਾੜੀਆਂ ਵੀ ਤੂੰ ਹੀ ਦਿੱਤੀਆਂ, ਧੀਆਂ ਪੁੱਤ ਵੀ ਤੂੰ ਹੀ ਦਿੱਤੇ ਆ, ਸਭ ਕੁਛ ਦੇਣ ਵਾਲਾ ਤੂੰ ਹੈ ਪਰਮਾਤਮਾ। ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਤੇਰਾ। ਤੇ ਜੇ ਅਸੀਂ ਹਉਮੈ ਹੰਕਾਰ ਕਰੀਏ ਜੀ ਮੈਂ ਘਰ ਬਣਾਇਆ, ਮੇਰਾ ਘਰ ਆ, ਮੈਂ ਐਂ ਕੀਤਾ, ਮੇਰੇ ਬੱਚੇ ਆ, ਓਏ ਆਪਾਂ ਕੌਣ ਆ, ਕਿੱਥੋਂ ਲੈ ਕੇ ਆਉਣ ਵਾਲੇ? ਬੱਚੇ ਕਿਹਨੇ ਦਿੱਤੇ ਆ? ਉਹ ਪਰਮਾਤਮਾ ਨੇ ਦਿੱਤੇ ਆ ਆਪਾਂ ਨੂੰ। ਆਪਾਂ ਨੂੰ ਕਿਹਨੇ ਬਣਾਇਆ? ਉਹ ਪਰਮਾਤਮਾ ਨੇ। ਸਵਾਸ ਕਿਹਦੀ ਕਿਰਪਾ ਨਾਲ ਚੱਲ ਰਹੇ ਆ? ਪਰਮਾਤਮਾ ਦੀ ਕਿਰਪਾ ਨਾਲ। ਹੁਣ ਸਵਾਸ ਖਿੱਚ ਲਵੇ, ਸਭ ਕੁਛ ਇੱਥੇ ਧਰਿਆ ਧਰਾਇਆ ਰਹਿ ਜਾਣਾ। ਗੁਰੂ ਸਾਹਿਬ ਕਹਿੰਦੇ ਤੂੰ ਘਰ ਬਾਰ ਸਾਂਭਦੇ ਨੇ, ਆਪਦੀ ਹਉਮੈ ਹੰਕਾਰ ਛੱਡਣੀ ਸੀ। ਮੈਂ ਸਭ ਤੋਂ ਮਾੜੀ ਮੈਂ ਆ। ਗੁਰੂ ਸਾਹਿਬ ਕਹਿੰਦੇ ਮੈਂ ਜਿੱਦਣ ਤੇਰੀ ਨਿਕਲ ਗਈ ਨਾ, ਤੂੰ ਕਰਨ ਲੱਗ ਗਿਆ, ਆਹ ਹਉਮੈ ਹੰਕਾਰ ਛੱਡ ਦੇ, ਉਦਣ ਤੇਰਾ ਪਰਮਾਤਮਾ ਨਾਲ ਮਿਲਾਪ ਹੋ ਜੂ। ਜਿੱਦਣ ਤੂੰ ਕਰਨ ਲੱਗ ਗਿਆ ਵੀ ਤੇਰਾ ਸਭ ਕੁਛ ਵਾਹਿਗੁਰੂ, ਮੇਰਾ ਕੁਛ ਨਹੀਂ ਹੈ ਇੱਥੇ, ਸਭ ਕੁਛ ਤੇਰਾ ਦਿੱਤਾ ਹੈ, ਸਭ ਕੁਛ ਤੇਰਾ ਵਾਹਿਗੁਰੂ। ਵਾਹਿਗੁਰੂ ਆਹ ਅਵਸਥਾ ਬਣ ਜਾਵੇ ਸੱਚੇ ਪਾਤਸ਼ਾਹ, ਸਾਡੀ ਮੈਂ ਮੇਰੀ ਛੱਡ ਦਈਏ ਵਾਹਿਗੁਰੂ। ਅਸੀਂ ਮਨਮੁਖਾਂ, ਸਾਨੂੰ ਗੁਰਮੁਖ ਬਣਾਓ ਵਾਹਿਗੁਰੂ। ਨਾਮ ਦੀ ਦਾਤ ਬਖਸ਼ੋ, ਸਵਾਸ ਗਰਾ ਸਿਮਰਨ ਬਖਸ਼ੋ ਵਾਹਿਗੁਰੂ। ਹਾਂਜੀ ਸੰਗਤ ਜੀ, ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ, ਗੁਰੂ ਸੰਗਤ ਬਖਸ਼ਣਯੋਗ ਹੈ, ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਅਵਰ ਨਾ ਤੇਰੀ ਬਾਤੇ, ਅਵਰ ਨਾ ਤੇਰੀ ਬਾਤੇ।